ਅਧਿਆਪਕ ਨੂੰ ਨੇਸ਼ਨ ਬਿਲਡਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਆਓ ਅਸੀਂ ਅੱਜ ਗੱਲ ਕਰਦੇ ਹਾਂ ਕਿ ਕਿਵੇਂ ਤੁਸੀਂ UGC ਨੈਟ ਪਾਸ ਕਰਕੇ ਇੱਕ ਪ੍ਰੋਫੈਸਰ ਬਣ ਸਕਦੇ ਹੋ। UGC ਨੈਟ ਦਾ ਪੇਪਰ ਕਦੋਂ ਹੁੰਦਾ, ਕਿੰਨੇ ਨੰਬਰਾਂ ਦਾ ਹੁੰਦਾ, ਕਿਸ ਪੈਟਰਨ 'ਤੇ ਆਧਾਰਿਤ ਹੁੰਦਾ, ਕਿਹੜੇ ਸਬਜੈਕਟ ਦਾ ਹੁੰਦਾ, ਕਦੋਂ ਹੁੰਦਾ। ਆਓ ਅਸੀਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ UGC ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਇੱਕ ਸਟੈਚੂਟਰੀ ਬੋਡੀ ਆ ਗੌਰਮੈਂਟ ਆਫ ਇੰਡੀਆ ਦੀ, ਵਿਚ ਇਜ਼ ਰਿਸਪੋਂਸੀਬਲ ਫॉर ਕੋਆਰਡੀਨੇਸ਼ਨ ਐਂਡ ਮੇਨਟੇਨੈਂਸ ਆਫ ਹਾਈ ਐਜੂਕੇਸ਼ਨਲ ਸਟੈਂਡਰਡਸ। UGC ਹੀ NTA ਨੈਸ਼ਨਲ ਟੈਸਟਿੰਗ ਏਜੰਸੀ ਦੇ ਥਰੂ ਨੈਟ ਦਾ ਪੇਪਰ ਜਿਹੜਾ ਕਿ ਨੈਸ਼ਨਲ ਐਲੀਜੀਬਿਲਿਟੀ ਟੈਸਟ ਫॉर ਲੈਕਚਰਰਸ਼ਿਪ, ਅਸਿਸਟੈਂਟ ਪ੍ਰੋਫੈਸਰ, ਜੂਨੀਅਰ ਰਿਸਰਚ ਫੈਲੋਸ਼ਿਪ, ਜਿਹੜੀ ਕਿ ਇੱਕ ਫਾਈਨੈਂਸ਼ੀਅਲ ਏਡ ਹੁੰਦੀ ਆ ਤੁਹਾਨੂੰ PhD ਦੇ ਦੌਰਾਨ, ਉਹ ਕੰਡਕਟ ਕਰਦੀ ਆ 81 ਸਬਜੈਕਟਸ ਦੇ ਵਿੱਚ, ਜਿਹਦੇ ਵਿੱਚ ਸੋਸ਼ਲ ਸਾਇੰਸਿਸ, ਸਾਰੀਆਂ ਲੈਂਗੁਏਜਿਸ, ਇਨਵਾਇਰਮੈਂਟਲ ਸਾਇੰਸ, ਕੰਪਿਊਟਰ ਸਾਇੰਸ, ਮੈਨੇਜਮੈਂਟ, ਕਾਮਰਸ, ਲਾਅ ਐਟਸੈਕਟਰਾ। ਜਿਹੜੇ ਕੋਰ ਸਾਇੰਸ ਦੇ ਸਬਜੈਕਟ ਨੇ ਜਿੱਦਾਂ ਕੈਮੀਕਲ ਸਾਇੰਸ, ਲਾਈਫ ਸਾਇੰਸ, ਫਿਜ਼ੀਕਲ ਸਾਇੰਸ, ਮੈਥਮੈਟੀਕਲ ਸਾਇੰਸ ਐਟਸੈਕਟਰਾ, ਉਹਨਾਂ ਦੇ ਲਈ UGC ਕਾਊਂਸਲ ਆਫ ਸਾਇੰਟੀਫਿਕ ਐਂਡ ਇੰਡਸਟਰੀਅਲ ਰਿਸਰਚ CSIR ਨੈਟ ਉਹ ਪੇਪਰ ਨੈਸ਼ਨਲ ਐਲੀਜੀਬਿਲਿਟੀ ਟੈਸਟ ਕੰਡਕਟ ਕਰਦਾ। ਐਲੀਜੀਬਿਲਿਟੀ ਫॉर ਦਾ UGC ਨੈਟ, ਐਲੀਜੀਬਿਲਿਟੀ ਮਾਸਟਰ ਡਿਗਰੀ ਵਿਦ ਮਿਨੀਮਮ 55 ਮਾਰਕਸ ਫॉर ਜਨਰਲ ਕੈਟਾਗਰੀਜ਼। ਤੁਹਾਡੇ ਕੋਲ 55% ਮਾਰਕਸ ਦੇ ਨਾਲ ਤੁਹਾਡੀ ਮਾਸਟਰ ਡਿਗਰੀ ਹੋਣੀ ਚਾਹੀਦੀ ਆ, ਚਾਹੇ ਤੁਸੀਂ MCom, MBA, MA, MSc, ਤਾਂ ਤੁਹਾਡੇ ਕੋਲ 55% ਮਾਰਕਸ ਹੋਣੇ ਚਾਹੀਦੇ ਨੇ ਗ੍ਰੈਜੂਏਸ਼ਨ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਦੇ ਵਿੱਚ। 50% ਫॉर ਦਾ ਰਿਜ਼ਰਵਡ ਕੈਟਾਗਰੀ ਸਟੂਡੈਂਟਸ ਜਿਹੜੇ ਫਾਈਨਲ ਈਅਰ 'ਚ ਨੇ, ਜਿਨ੍ਹਾਂ ਦਾ ਹਲੇ ਰਿਜ਼ਲਟ ਆਇਆ ਨਹੀਂ ਪਰ ਐਗਜ਼ਾਮ UGC ਦਾ ਆ ਗਿਆ, ਤਾਂ ਉਹ ਵੀ ਅਪੀਅਰ ਹੋ ਸਕਦੇ ਨੇ ਪੇਪਰ ਦੇ ਵਿੱਚ। ਪਰ ਜੇ ਤੁਸੀਂ JRF ਦੇ ਲਈ ਅਪਲਾਈ ਕਰਨਾ, ਸਕਾਲਰਸ਼ਿਪ ਦੇ ਲਈ ਅਪਲਾਈ ਕਰਨਾ, ਤਾਂ ਤੁਹਾਡੀ ਏਜ 30 ਈਅਰਸ ਤੋਂ ਅਬਵ ਨਹੀਂ ਹੋਣੀ ਚਾਹੀਦੀ। ਐਗਜ਼ਾਮ ਸਕੈਜਿਊਲ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਪੇਪਰ ਕਿੰਨੀ ਵਾਰ ਹੁੰਦਾ ਸਾਲ ਦੇ ਵਿੱਚ। ਹਾਂਜੀ, UGC ਨੈਟ ਦਾ ਪੇਪਰ ਇੱਕ ਸਾਲ ਦੇ ਵਿੱਚ 2 ਵਾਰ ਹੁੰਦਾ, ਅਤੇ ਇਸ ਸਾਲ ਜੂਨ 2020 ਦੇ ਵਿੱਚ ਜਿਹੜਾ ਪੇਪਰ 15 ਜੂਨ ਤੋਂ 20 ਜੂਨ ਦੇ ਵਿੱਚ ਹੋਣਾ, ਅਤੇ ਇਹ ਸਾਰਾ ਪੇਪਰ ਕੰਪਿਊਟਰ ਬੇਸਡ ਟੈਸਟ ਹੋਣਾ। CBT ਕੰਪਿਊਟਰ ਦੇ ਉੱਤੇ ਔਨਲਾਈਨ ਹੀ ਹੋਏਗਾ। ਟੈਸਟ ਦਾ ਪੈਟਰਨ ਕੀ ਆ? UGC ਦੇ ਵਿੱਚ 2 ਪੇਪਰ ਹੁੰਦੇ ਨੇ। ਪੇਪਰ 1 ਜਿਹੜਾ ਕਿ ਕਾਮਨ ਫॉर ਆਲ ਹੈ। ਪੇਪਰ 2 ਸਬਜੈਕਟ ਓਰੀਐਂਟਡ, ਤੁਹਾਡੇ ਕੰਸਰਨ ਸਬਜੈਕਟ ਦੇ ਵਿੱਚ ਹੋਏਗਾ ਜਿਹਦੀ ਤੁਸੀਂ ਮਾਸਟਰਸ ਕੀਤੀ ਆ। ਫੋਰ ਐਗਜ਼ਾਮਪਲ ਜਿਹੜੇ ਬੱਚੇ ਨੇ MBA ਕੀਤੀ ਆ, ਉਹ ਮੈਨੇਜਮੈਂਟ 17 ਕੋਡ ਸੈਕਿੰਡ ਪੇਪਰ ਨੂੰ ਆਪਟ ਕਰੇਗਾ। ਕਿਸੇ ਨੇ ਕਾਮਰਸ ਕੀਤੀ ਆ ਤਾਂ ਕਾਮਰਸ ਦੇ ਅੰਡਰ ਜਿਹੜਾ ਸਬਜੈਕਟ ਹੈ ਉਹਨੂੰ ਆਪਟ ਕਰੇਗਾ। ਪੋਲੀਟੀਕਲ ਸਾਇੰਸ ਦੀ ਮਾਸਟਰਸ ਕੀਤੀ ਆ ਤਾਂ ਪੋਲੀਟੀਕਲ ਸਾਇੰਸ ਦਾ ਜਿਹੜਾ ਪੇਪਰ ਹੋਏਗਾ ਉਹਦੇ ਵਿੱਚ ਅਪੀਅਰ ਹੋਏਗਾ। ਫਸਟ ਪੇਪਰ ਜਿਹੜਾ ਹੈਗਾ ਕਾਮਨ ਫॉर ਆਲ ਹੈ, ਇਹਦੇ ਵਿੱਚ 100 ਮਾਰਕਸ ਦੇ ਕੁਐਸਚਨਸ ਆਉਂਦੇ ਨੇ। 50 ਹਰ ਕੁਐਸਚਨ 2 ਨੰਬਰਾਂ ਦਾ ਹੁੰਦਾ। ਜਿਹੜਾ ਤੁਹਾਡਾ ਸਬਜੈਕਟ ਓਰੀਐਂਟਡ ਆ ਉਹਦੇ ਵਿੱਚ 200 ਮਾਰਕਸ ਦੇ ਕੁਐਸਚਨਸ ਆਉਂਦੇ ਨੇ। 100 ਕੁਐਸਚਨਸ, ਇਹ ਵੀ 2 ਨੰਬਰਾਂ ਦਾ ਇੱਕ ਹੁੰਦਾ। ਪਰ ਇੱਥੇ ਇੱਕ ਗੱਲ ਧਿਆਨ ਰੱਖਿਓ ਕਿ ਜਿਹੜੀ ਤੁਹਾਡੀ ਮੈਰਿਟ ਹੈ ਉਹ ਪਹਿਲੇ ਪੇਪਰ ਦੇ ਬੇਸ 'ਤੇ ਤੁਹਾਨੂੰ ਕੁਆਲੀਫਾਈ ਕਰਦੀ ਹੈ, ਕਿਉਂਕਿ ਜੇ ਤੁਹਾਡਾ ਸੈਕਿੰਡ ਪੇਪਰ ਸਬਜੈਕਟਿਵ ਔਖਾ ਆ ਗਿਆ ਤਾਂ ਉਹ ਸਾਰਿਆਂ ਲਈ ਔਖਾ ਆ। ਪਰ ਜੇ ਕਾਮਨ ਪੇਪਰ ਦੇ ਵਿੱਚ ਤੁਸੀਂ ਮਾਰਕਸ ਜ਼ਿਆਦਾ ਨਹੀਂ ਓਬਟੇਨ ਕੀਤੇ ਤਾਂ ਤੁਹਾਡਾ ਪੇਪਰ ਕਲੀਅਰ ਨਹੀਂ ਹੁੰਦਾ। ਤਾਂ ਜੇ ਤੁਸੀਂ UGC ਦਾ ਪੇਪਰ ਕਲੀਅਰ ਕਰਨਾ ਤਾਂ 100 ਦੇ ਵਿੱਚੋਂ 90+ ਮਾਰਕਸ ਤੁਹਾਡੇ UGC ਦੇ ਪੇਪਰ ਦੇ ਵਿੱਚ ਪਹਿਲੇ ਪੇਪਰ ਦੇ ਵਿੱਚ ਆਉਣੇ ਚਾਹੀਦੇ ਨੇ। 100 ਦੇ ਵਿੱਚੋਂ 90, 92, 93, ਜਿੰਨੇ 90 ਤੋਂ ਅਬਵ ਹੋਣਗੇ ਉਨੇ ਤੁਹਾਡੇ ਚਾਂਸਿਸ ਕਲੀਅਰ ਕਰਨ ਦੇ ਜ਼ਿਆਦਾ ਹੋ ਜਾਂਦੇ ਨੇ। ਉਸ ਤੋਂ ਬਾਅਦ ਜਿਹੜਾ ਇਹ ਓਬਜੈਕਟਿਵ ਟਾਈਪ ਮਲਟੀਪਲ ਚੋਇਸ ਕੁਐਸਚਨ ਬੇਸਡ ਐਗਜ਼ਾਮ ਹੁੰਦਾ। 4 ਆਪਸ਼ਨਸ ਹੁੰਦੀਆਂ, ਤੁਸੀਂ ਐਪਰੋਪਰੀਏਟ ਆਨਸਰ ਨੂੰ ਟਿਕ ਕਰਨਾ ਹੁੰਦਾ, ਅਤੇ ਇਸ ਪੇਪਰ ਦੇ ਵਿੱਚ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ। 3 ਘੰਟੇ ਦਾ ਇਹ ਪੇਪਰ ਹੁੰਦਾ ਜਿਹੜਾ ਕਿ ਔਨਲਾਈਨ ਹੀ ਹੁੰਦਾ। ਪੇਪਰ 1 ਦੇ ਸਿਲੇਬਸ ਦੇ ਵਿੱਚ 10 ਯੂਨਿਟਸ ਨੇ, ਅਤੇ ਐਗਜ਼ੈਕਟਲੀ 5 ਕੁਐਸਚਨਸ ਹਰ ਯੂਨਿਟ ਦੇ ਵਿੱਚੋਂ ਅਪਰੋਕਸੀਮੇਟਲੀ ਉਹ ਪੁੱਛ ਲੈਂਦੇ ਨੇ, ਜਿਹਦੇ ਵਿੱਚ ਟੀਚਿੰਗ ਐਪਟੀਟਿਊਡ, ਟੀਚਿੰਗ ਸਟਾਈਲ, ਟੀਚਿੰਗ ਬਿਹੇਵੀਅਰ, ਰਿਸਰਚ ਐਪਟੀਟਿਊਡ ਜਿਹੜਾ ਤੁਸੀਂ ਰਿਸਰਚ ਮੈਥਡੋਲੋਜੀ ਸਬਜੈਕਟ ਆਪਣਾ ਮਾਸਟਰ ਦੇ ਵਿੱਚ ਪੜ੍ਹਦੇ ਹੋ, ਰਿਸਰਚ ਟਾਈਪ, ਰਿਸਰਚ ਆਪਣਾ ਡਿਜ਼ਾਈਨ, ਰਿਸਰਚ ਆਪਣਾ ਓਬਜੈਕਟਿਵਸ ਐਟਸੈਕਟਰਾ, ਰਿਸਰਚ ਡਿਜ਼ਾਈਨ,
ਕਲੈਕਸ਼ਨ ਆਫ ਡਾਟਾ ਐਟਸੈਕਟਰਾ, ਉਹਦੇ ਰਿਲੇਟਡ ਕੁਐਸਚਨ ਇੱਥੇ ਪੁੱਛਦੇ ਨੇ। ਕੰਪਰੀਹੈਂਸ਼ਨ ਦੇ ਵਿੱਚ ਤੁਹਾਨੂੰ ਇੱਕ ਪੈਰਾਗ੍ਰਾਫ ਦੇ ਜਾਂਦੇ ਨੇ, ਪੈਰਾਗ੍ਰਾਫ ਦੇ ਵਿੱਚੋਂ ਤੁਸੀਂ ਆਨਸਰਸ ਫਾਈਂਡ ਆਊਟ ਕਰਕੇ ਆਪਣਾ ਅਟੈਂਪਟ ਕਰਨਾ ਹੁੰਦਾ। ਕਮਿਊਨੀਕੇਸ਼ਨ ਦੇ ਕੁਐਸਚਨਸ ਬਹੁਤ ਹੀ ਜਰਨਲ ਹੁੰਦੇ ਨੇ, ਬਹੁਤ ਈਜ਼ੀ ਹੁੰਦੇ ਨੇ। ICT ਇਨਫੋਰਮੇਸ਼ਨ ਕਮਿਊਨੀਕੇਸ਼ਨ ਐਂਡ ਟੈਕਨੋਲੋਜੀ, ਲੌਜੀਕਲ ਰੀਜ਼ਨਿੰਗ ਬਹੁਤ ਹੀ ਜ਼ਿਆਦਾ ਈਜ਼ੀ ਹੁੰਦੀ ਆ, ਜਿਹੜੀ ਪ੍ਰੈਕਟਿਸ ਬੇਸਡ ਹੈ ਤੁਹਾਡੀ। ਉਸ ਤੋਂ ਬਾਅਦ ਪੀਪਲ ਡਿਵੈਲਪਮੈਂਟ ਐਂਡ ਇਨਵਾਇਰਮੈਂਟ, ਇਹ ਜਰਨਲਾਈਜ਼ਡ ਕੁਐਸਚਨਸ ਹੁੰਦੇ ਨੇ ਅਬਾਊਟ ਦਾ ਡਿਵੈਲਪਮੈਂਟ ਐਂਡ ਦਾ ਇਨਵਾਇਰਮੈਂਟ। ਮੈਥਮੈਟੀਕਲ ਰੀਜ਼ਨਿੰਗ ਐਂਡ ਐਪਟੀਟਿਊਡ, ਇਹ ਵੀ ਤੁਹਾਡੇ ਮੈਥਮੈਟੀਕਲ ਸੀਰੀਜ਼ ਓਰੀਐਂਟਡ ਜਾਂ ਕੋਈ ਅਲਜੈਬਰਾ ਤਾਂ ਨਹੀਂ ਕਵਾਂਗੇ ਆਪਾਂ, ਕਿ ਬਹੁਤ ਹੀ ਈਜ਼ੀ ਕੁਐਸਚਨਸ ਹੁੰਦੇ ਨੇਗੇ ਇਹ। ਡਾਟਾ ਇੰਟਰਪ੍ਰੀਟੇਸ਼ਨ, ਤੁਹਾਨੂੰ ਕੋਈ ਵੀ ਗ੍ਰਾਫ ਜਾਂ ਪਾਈ ਚਾਰਟ ਦੇ ਦਿੰਦੇ ਨੇ, ਉਹਦੇ ਵਿੱਚੋਂ ਤੁਸੀਂ ਡਾਟਾ ਇੰਟਰਪ੍ਰੇਟ ਕਰਕੇ ਰਿਜ਼ਲਟ ਨੂੰ ਫਾਈਂਡ ਆਊਟ ਕਰਨਾ ਹੁੰਦਾ ਜਿਹੜਾ ਤੁਹਾਨੂੰ ਕੁਐਸਚਨ ਪੁੱਛਿਆ ਜਾਂਦਾ। ਹਾਇਰ ਐਜੂਕੇਸ਼ਨ ਸਿਸਟਮ, ਇਹਦੇ ਵਿੱਚ ਤੁਹਾਨੂੰ ਹਾਇਰ ਐਜੂਕੇਸ਼ਨ ਸਿਸਟਮ ਦਾ ਮੈਕੈਨਿਜ਼ਮ ਰਿਲੇਟਡ ਕੋਈ ਵੀ ਤੁਹਾਨੂੰ ਆਰਗੇਨਾਈਜੇਸ਼ਨ ਉੱਦਾਂ ਦਾ ਕੋਈ ਵੀ ਕੁਐਸਚਨ ਇਹ ਪੁੱਛ ਸਕਦੇ ਨੇ ਪੇਪਰ 1 ਦੇ ਵਿੱਚ। ਪੇਪਰ 2 ਦਾ ਜਿਹੜਾ ਸਿਲੇਬਸ ਹੁੰਦਾ, ਉਹ ਜਿਹੜਾ ਬੱਚੇ ਨੇ ਆਪਣਾ ਸਬਜੈਕਟ ਆਪਟ ਕੀਤਾ ਹੁੰਦਾ, ਉਹਦੇ ਵਿੱਚੋਂ 100 ਕੁਐਸਚਨਸ 2 ਮਾਰਕਸ ਈਚ ਹੁੰਦਾ ਆ। ਇਹ ਜੇ ਕਈ ਵਾਰ ਔਖਾ ਹੁੰਦਾ ਤਾਂ ਉਹ ਸਾਰਿਆਂ ਲਈ ਔਖਾ ਹੁੰਦਾ ਤੁਹਾਡੇ ਸਬਜੈਕਟ ਦੇ ਵਿੱਚ, ਅਤੇ ਜੇ ਕਾਮਨ ਹੁੰਦਾ ਤਾਂ ਉਹ ਸਾਰਿਆਂ ਨੇ ਤਕਰੀਬਨ ਜਿਹੜੇ ਰਿਸੋਰਸਿਸ ਨੇ ਉਹ ਕਾਮਨ ਹੀ ਪੜ੍ਹਦੇ ਨੇ ਸਾਰੇ ਬੱਚੇ। ਤਾਂ ਇਸ ਕਰਕੇ ਜਿਹੜਾ ਤੁਹਾਡੀ ਬੇਸਿਕਲੀ ਜਿਹੜੀ ਤੁਹਾਡੀ ਸਕਸੈਸ ਆ ਉਹ ਪੇਪਰ 1 ਦੇ ਉੱਤੇ ਡਿਪੈਂਡ ਕਰਦੀ ਹੈ ਕਿਤੇ ਨਾ ਕਿਤੇ, ਕਿ ਪੇਪਰ 1 ਦੇ ਵਿੱਚ 90+ ਮਾਰਕਸ ਹੋਣੇ ਚਾਹੀਦੇ 100 ਚੋਂ। ਮੈਂ ਜੇ ਆਪਣੀ ਗੱਲ ਕਰਾਂ, ਮੈਂ UGC ਦਾ ਪੇਪਰ 4 ਕੁ ਵਾਰ ਦਿੱਤਾ ਅਤੇ ਉਹਦੇ 'ਚੋਂ 3 ਕੁ ਵਾਰ ਮੇਰਾ ਕਲੀਅਰ ਹੈ। ਇੱਕ ਵਾਰ ਪਤਾ ਨਹੀਂ ਕਿਉਂ, ਆਈ ਡੋਂਟ ਨੋ ਕਿ ਕਿਉਂ ਨਹੀਂ ਹੋਇਆ। ਅਤੇ ਤਿੰਨੋਂ ਵਾਰ ਜਦੋਂ ਮੇਰਾ ਪੇਪਰ ਕਲੀਅਰ ਹੋਇਆ ਤਾਂ ਮੇਰੇ 100 ਦੇ ਵਿੱਚੋਂ ਫਸਟ ਪੇਪਰ ਦੇ ਵਿੱਚ 92, 94, 96 ਇੰਨੇ ਨੰਬਰ ਰਹੇ ਸੀ, ਤਾਂ ਹੀ ਤੁਹਾਡਾ UGC ਨੈਟ ਦਾ ਪੇਪਰ ਕਲੀਅਰ ਹੋ ਪਾਉਂਦਾ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਮਾਰਕਸ ਅਤੇ ਕੱਟ ਆਫ ਦੀ। ਜਨਰਲ ਕੈਟਾਗਰੀ ਦੇ ਲਈ ਮਿਨੀਮਮ 40% ਮਾਰਕਸ ਐਗਰੀਗੇਟ ਆਫ ਬੋਥ ਪੇਪਰਸ ਹੋਣੇ ਚਾਹੀਦੇ ਨੇ। ਫਸਟ, ਇਹ ਤੁਹਾਡੇ ਕੁਆਲੀਫਾਈਂਗ ਹੈ। ਰਿਜ਼ਰਵਡ ਕੈਟਾਗਰੀ ਦੇ ਲਈ 35% ਐਗਰੀਗੇਟ ਮਾਰਕਸ। ਉਸ ਤੋਂ ਬਾਅਦ ਕਲੀਅਰ ਕਿਵੇਂ ਹੁੰਦਾ ਕਿ UGC ਨੈਟ ਦਾ ਪੇਪਰ ਕਲੀਅਰ ਹੋ ਗਿਆ ਜਾਂ ਨਹੀਂ ਹੋਇਆ। ਜਿੰਨੇ ਬੱਚਿਆਂ ਨੇ ਪੇਪਰ ਦਿੱਤਾ ਅਤੇ ਉਹਨਾਂ ਵਿੱਚੋਂ ਜਿਹੜੇ ਬੱਚਿਆਂ ਨੇ ਆਪਣਾ 40% ਮਾਰਕਸ, ਜਨਰਲ ਕੈਟਾਗਰੀ ਦੀ ਆਪਾਂ ਗੱਲ ਕਰ ਰਹੇ ਹਾਂ, ਓਬਟੇਨ ਕਰਕੇ ਉਹ ਲਿਸਟ ਬਣੀ, ਉਹਦੇ ਵਿੱਚੋਂ 6% ਆਫ ਦਾ ਕੈਂਡੀਡੇਟ ਅਪੀਅਰਡ ਇਨ ਬੋਥ ਪੇਪਰਸ ਆਫ ਦਾ ਐਗਜ਼ਾਮ, ਕਿ ਜਿੰਨੇ ਬੱਚੇ ਪੇਪਰ ਦੇ ਵਿੱਚ ਅਪੀਅਰ ਹੋਏ ਉਹਨਾਂ ਦਾ 6% ਬੱਚੇ ਕੱਢਾਂਗੇ ਆਪਾਂ, ਜਿਹੜੇ ਬੱਚਿਆਂ ਦੇ 40% ਮਾਰਕਸ ਐਗਰੀਗੇਟ ਬਣਦੇ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੇ ਬੱਚਿਆਂ ਦੇ JRF ਹੋਰ ਹਾਈ ਮੈਰਿਟ ਨੂੰ ਆਪਾਂ ਕੈਲਕੂਲੇਟ ਕਰਦੇ ਹਾਂ। ਜਿਹੜੇ ਬੱਚੇ JRF ਕਲੀਅਰ ਕਰ ਲੈਂਦੇ ਨੇ ਉਹਨਾਂ ਨੂੰ PhD ਦੇ ਦੌਰਾਨ ਸਟਾਈਪੈਂਡ ਮਿਲਦਾ, ਜਿਹੜਾ ਕਿ ਬਹੁਤ ਹੀ ਅੱਛੀ ਅਮਾਊਂਟ ਹੁੰਦੀ ਆ, 30,000 ਪਲੱਸ ਅਮਾਊਂਟ ਹੁੰਦੀ ਹੈ, ਜਿਹੜੀ ਕਿ ਤੁਹਾਨੂੰ 5 ਸਾਲ ਲਗਾਤਾਰ UGC ਵੱਲੋਂ ਮਿਲਦੀ ਆ ਫॉर ਯੂਅਰ ਰਿਸਰਚ ਵਰਕ। ਉਸ ਤੋਂ ਬਾਅਦ UGC ਜਿਹੜਾ ਇੱਕ ਐਗਜ਼ਾਮ ਹੈ, ਇਹ ਇੱਕ ਮੈਂਡੇਟਰੀ ਕੁਆਲੀਫਿਕੇਸ਼ਨ ਹੈ, ਮਿਨੀਮਮ ਕੁਆਲੀਫਿਕੇਸ਼ਨ ਹੈ ਫॉर ਦਾ ਲੈਕਚਰਰਸ਼ਿਪ ਇਨ ਐਨੀ ਹਾਇਰ ਐਜੂਕੇਸ਼ਨਲ ਇੰਸਟੀਟਿਊਟ, ਬਟ ਇਟ ਇਜ਼ ਨੋਟ ਅ ਬਿਗ ਗੇਮ। ਕੰਸਨਟਰੇਟ ਔਨ ਯੂਅਰ ਸਟੱਡੀ। ਜਿਹੜੇ ਤੁਸੀਂ ਆਪਣੇ ਮਾਸਟਰ ਦੇ ਵਿੱਚ ਸਬਜੈਕਟ ਪੜ੍ਹ ਰਹੇ ਹੋ, ਇਹੀ ਸਬਜੈਕਟ ਤੁਹਾਨੂੰ UGC ਦੇ ਪੇਪਰ ਵਿੱਚ ਪੜ੍ਹਨੇ ਪੈਣਗੇ। ਇਸ ਕਰਕੇ ਅੱਛੇ ਨੋਟ ਬਣਾਓ, ਅੱਛੀਆਂ ਟੈਕਸਟ ਬੁੱਕਸ ਨੇ ਜਿਹੜੀਆਂ ਉਹਨਾਂ ਨੂੰ ਰੈਫਰ ਕਰੋ, ਰਾਦਰ ਦੈਨ ਜਿਹੜੇ ਤੁਸੀਂ ਨੋਟਸ ਇੱਧਰੋਂ ਉੱਧਰੋਂ ਲੈ ਕੇ ਪੜ੍ਹਦੇ ਹੋ ਕਿ ਫੋਟੋਕਾਪੀ ਕਰਾ ਲਈ ਜਾਂ ਕੋਈ ਇੱਦਾਂ ਦਾ ਲੋਕਲ ਪਬਲਿਸ਼ਰ ਪੜ੍ਹ ਲਿਆ ਤੁਸੀਂ। ਪਰ ਜਿਹੜੇ ਇੰਟਰਨੈਸ਼ਨਲ ਬੁੱਕਸ ਨੇ ਜਾਂ ਅੱਛੇ ਨੈਸ਼ਨਲ ਰਾਈਟਰ ਨੇ, ਉਹਨਾਂ ਦੀਆਂ ਬੁੱਕਸ ਨੂੰ ਫੋਲੋ ਕਰੋ। ਬਾਕੀ ਆਉਣ ਵਾਲੀਆਂ ਵੀਡੀਓ ਦੇ ਵਿੱਚ ਅਸੀਂ ਲੌਜੀਕਲ ਰੀਜ਼ਨਿੰਗ ICT, ਇਹ ਸਾਰੇ ਸਬਜੈਕਟ ਅਸੀਂ ਤੁਹਾਡੇ ਸਾਰੇ ਟੌਪਿਕ ਅਸੀਂ ਕਵਰ ਕਰਾਂਗੇ। ਔਰ ਕਿਤੇ ਨਾ ਕਿਤੇ ਮੈਂ ਕੋਸ਼ਿਸ਼ ਕਰਾਂਗਾ, ਮੈਂ ਮੈਨੇਜਮੈਂਟ ਦਾ ਨੈਟ ਕਲੀਅਰ ਕੀਤਾ ਅਤੇ ਮੈਨੇਜਮੈਂਟ ਓਰੀਐਂਟਡ ਵੀ ਅਸੀਂ ਵੀਡੀਓਜ਼ ਇਹਦੇ ਵਿੱਚ ਪਾਵਾਂਗੇ। ਨੈਕਸਟ ਵੀਡੀਓ ਜਿਹੜੀ ਸਾਡੀ ਆਏਗੀ ਉਹ ਪੰਜਾਬ ਪੁਲਿਸ ਸਬ ਇੰਸਪੈਕਟਰ ਦੀ, ਜਿਨ੍ਹਾਂ ਨੂੰ ਆਪਣਾ ਚਾਹ ਹੁੰਦਾ ਭਰਤੀ ਵੇਖਣੀ ਆ ਅਤੇ ਇੱਕ ਜਜ਼ਬਾ ਆ, ਉਹਨਾਂ ਦੇ ਲਈ ਅਸੀਂ ਵੀਡੀਓ ਲੈ ਕੇ ਆਵਾਂਗੇ। ਥੈਂਕ ਯੂ ਜੀ, ਧੰਨਵਾਦ।